सतनाम। श्री वाहिगुरु साहिब जी। जैत सरी महला चौथा। कार पहला चौपदे। एक ओंकार सतगुर प्रसाद। मेरा हियर रतन नाम हर बसेया। गुर हाथ धरियो मेरा माथा। जन्म जन्म के किल बिख दुख उतरे। गुर नाम दियो रिन लाथा। मेरा हियर रतन नाम हर बसेया। गुर हाथ धरियो मेरा माथा। जन्म जन्म के किल बिख दुख उतरे। गुर नाम दियो रिन लाथा। मेरे मन भज राम नाम सब अर्था। गुर पूरै हर नाम दृढ़ाया। बिन नावै जीवन बिरथा। मेरे मन भज राम नाम सब अर्था। गुर पूरै हर नाम दृढ़ाया। बिन नावै जीवन बिरथा। वाहिगुरु जी का खालसा वाहिगुरु जी की फतेह। पतित पावन भगत वत्सल करुणा निधान जुग जुग अटल। गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान समूह गुरु रूप प्यारी साध संगत जीओ। ਧੰਤਾ ਦੇ ਯੋਗ ਹੋ ਜਿਨ੍ਹਾਂ ਨੂੰ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਮਹਿਮਾ ਦੇ ਮਾਲਕ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਬਹੁਤ ਸੁੰਦਰ ਆਪਾਂ ਨੂੰ ਵਿਚਾਰਧਾਰਾ ਦੇ ਨਾਲ ਜੋੜ ਰਹੇ ਹਨ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ।
ਭਾਵ ਇੱਕ ਨਾਮ ਦਾ ਜਪਣਾ ਹੈ, ਇੱਕ ਨਾਮ ਦਾ ਵਸਣਾ ਹੈ। ਮਹਾਰਾਜ ਸਮਝਾ ਰਹੇ ਹਨ ਜਿਗਿਆਸੂ ਰੂਪ ਹੋ ਕੇ ਕਿ ਉਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਮੇਰੇ ਹਿਰਦੇ ਦੇ ਵਿੱਚ ਵਸ ਗਿਆ। ਗੁਰੂ ਨੇ ਮੇਰਾ ਭਰਿਆ ਹੱਥ ਮੇਰੇ ਮਸਤਕ ਦੇ ਉੱਪਰ, ਮੇਰੇ ਸੀਸ ਦੇ ਉੱਪਰ ਰੱਖਿਆ। ਉਸ ਦੀ ਬਰਕਤ ਦੇ ਨਾਲ ਜਿਹੜੇ ਜਨਮ ਜਨਮਾਤਰਾਂ ਦੇ ਪਾਪ ਸਨ, ਪਾਪਾਂ ਦਾ ਕਰਜ਼ਾ ਸੀ, ਉਹ ਸਾਰਾ ਲੈ ਗਿਆ। ਜਿੱਥੇ ਸਿੱਖ ਜਗਤ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਬੜੀ ਵੱਡੀ ਮਹਿਮਾ ਹੈ। ਕੋਈ ਸੇਵਾ ਕਰਦਾ ਹੈ, ਗੁਰੂ ਤਾਂ ਵੀ ਉਹਦੇ ਅੰਦਰ ਨਾਮ ਦਾ ਵਾਸਾ ਕਰਾਉਂਦਾ ਹੈ। ਕੋਈ ਸੂਰਬੀਰਤਾ ਧਰਮ ਯੁੱਧ ਕਰਦਾ ਹੈ ਤਾਂ ਵੀ ਗੁਰੂ ਉਸ ਦੇ ਅੰਦਰ ਨਾਮ ਦਾ ਵਾਸਾ ਕਰਾਉਂਦਾ ਹੈ। ਔਰ ਕੋਈ ਨਾਮ ਜਪਦਾ ਹੈ, ਸਿਮਰਨ ਕਰਦਾ ਹੈ ਤਾਂ ਵੀ ਗੁਰੂ ਉਸ ਦੇ ਅੰਦਰ ਨਾਮ ਦਾ ਹੀ ਵਾਸਾ ਕਰਾਉਂਦਾ ਹੈ। ਮੂਲ ਭਾਵ ਕਿ ਮਨੁੱਖ ਦੀ ਕਲਿਆਣ ਪਰਮਾਤਮਾ ਦੇ ਨਾਮ ਨਾਲ ਹੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। जैसे हुंडी लर बांधे लागत न भार कछु, आगे जाए ते पायत लक्ष्मी अपार जी। जैसे बट बीज अत सूक्ष्म स्वरूप होत, बोए से विविध करे बिरखा विस्तार जी। तैसे गुर बचन सचन गुर सिखन मैं, जानिए महात्म गए ही हर द्वार जी। ਕਹਿੰਦੇ ਜੋ ਪਰਮਾਤਮਾ ਦੇ ਨਾਮ ਦੀ ਘਾਲਣਾ ਘਾਲਦੇ ਹਨ, ਮਸੱਕਤ ਨੂੰ ਘਾਲਦੇ ਹਨ, ਬੜਾ ਜੀਵਨ ਬਰਕਤਾਂ ਦੇ ਨਾਲ ਭਰਦਾ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਹਾਰਾਜ ਕਹਿੰਦੇ ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਜਿਹੜੇ ਪੂਰਬਲੇ ਪਾਪ ਹਨ, ਪੂਰਬਲੇ ਸੰਸਕਾਰ ਹਨ, ਵਿਦਵਾਨਾਂ ਦੇ ਹਿਸਾਬ ਦੇ ਨਾਲ ਜਿਹੜਾ ਮੈਂ ਹੁਣ ਤੋਂ ਕੁਝ ਪਲ ਪਹਿਲਾਂ ਜਾਂ ਇੱਕ ਪਲ ਪਹਿਲਾਂ ਕਰਮ ਕੀਤਾ ਹੈ, ਉਹ ਪੂਰਬਲਾ ਹੋ ਗਿਆ। ਜਿਹੜਾ ਕੋਈ ਕਰਮ ਕੱਲ੍ਹ ਕੀਤਾ ਹੈ ਉਹ ਪੂਰਬਲਾ ਹੋ ਗਿਆ। ਹਫ਼ਤਾ ਪਹਿਲਾਂ ਕੀਤਾ, ਮਹੀਨਾ ਪਹਿਲਾਂ ਕੀਤਾ, ਸਾਲ ਪਹਿਲਾਂ ਕੀਤਾ, ਜਾਂ ਫਿਰ ਪਿਛਲੇ ਜਨਮਾਂ ਦੇ ਵਿੱਚ ਕੋਈ ਕਰਮ ਕੀਤਾ, ਉਹ ਪੂਰਬਲਾ ਹੋ ਗਿਆ। ਔਰ ਕੁਝ ਇਸ ਤਰ੍ਹਾਂ ਦੇ ਕਰਮ ਹੁੰਦੇ ਹਨ ਜਿਨ੍ਹਾਂ ਦੀ ਗਹਿਰੀ ਛਾਪ ਮਨੁੱਖ ਦੇ ਮਨ ਦੇ ਉੱਪਰ ਉਕਰ ਜਾਂਦੀ ਹੈ। ਬੁਰੇ ਕਰਮ ਫਿਰ ਅੱਗੋਂ ਤੋਂ ਉਹਨਾਂ ਬੁਰੇ ਕਰਮਾਂ ਤੋਂ ਹੀ ਪ੍ਰੇਰਿਤ ਹੋ ਕੇ ਮਨੁੱਖ ਹੋਰ ਬੁਰੇ ਕਰਮ ਕਰਦਾ ਰਹਿੰਦਾ ਹੈ। ਮਾਨੋ ਕਿ ਜਿਹੜੇ ਸੰਸਕਾਰ ਹਨ ਮਨੁੱਖ ਦੇ ਪੂਰਬਲੇ, ਉਹ ਮੂਲ ਦੀ ਤਰ੍ਹਾਂ ਹਨ, ਅਤੇ ਜਿਹੜੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੋਰ ਬੁਰੇ ਕਰਮ ਕਰਦਾ ਹੈ ਉਹ ਵਿਆਜ ਦੀ ਤਰ੍ਹਾਂ ਹਨ। ਮੂਲ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਹੈ, ਜਿਹੜਾ ਵਿਆਜ ਹੈ ਉਹ ਦਿਨੋਂ ਦਿਨ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਮਨਮੁਖ ਕਰਜ਼ ਚੜ੍ਹਿਆ ਬਿਖ ਭਾਰੀ, ਉਤਰੇ ਸ਼ਬਦ ਵਿਚਾਰੇ। ਕਹਿੰਦੇ ਮਨੁੱਖ ਨੂੰ ਕਰਜ਼ੇ ਤੋਂ ਬਚਣਾ ਚਾਹੀਦਾ ਹੈ।
बड़ी बड़ी चिंता का, बड़ी बड़ी परेशानी का एक कारण बन जाता है। प्रथम तो मनुख नूं करजा लैना ही नहीं चाहिए है। दूसरी गल ये भी जे किधरे लैना पवे उन्ना की लैना चाहिए है जिन्ना बंदे नूं पता होवे भी मैं इस नूं उतार सकदा हाँ। चादर देख के पैर पसारने चाहिए हैं। सरकारां जां शाहूकार लोग करजा देंदे हन और फिर जिहड़ा करजा लैण वाला है जद उसनूं वापस करदा है इस तरह दीयां सरकारां तजवीज़ बना देंदियां हन। 2 ਲੱਖ करजा लिया है, जे 2000 उसकी महीने की किश्त बन्नी है ना अदा करन दी तो वो कह देंदे हन कि 1500 जिहड़ा है ना वो तो तेरे व्याज दे विच ही कटिया गया है, तेरा करजा केवल 500 लथया है। भाव जिहड़ा आपां थोड़ा बहुता सिमरन करते हाँ, नितनेम करते हाँ, वो तो साडा व्याज दे विच ही चलिया जांदा है। जिहड़े आपां नवे कर्म करते हैं ना बुरे उन्हां दे विच ही कटिया जांदा है। ਜਿਹੜੇ ਪੂਰਬਲੇ ਸੰਸਕਾਰ ਹਨ, ਜਿਹੜੇ ਮਾੜੇ ਸੰਸਕਾਰ ਮਨੁੱਖ ਦੇ ਗਹਿਰੇ ਹਿਰਦੇ ਦੇ ਵਿੱਚ, ਗਹਿਰੇ ਤਲ ਦੇ ਵਿੱਚ ਬੈਠੇ ਹੋਏ ਹਨ, ਉਹਨਾਂ ਨੂੰ ਤਾਂ ਹੱਥ ਹੀ ਨਹੀਂ ਲੱਗਦਾ ਹੈ। ਉਹ ਕਦੋਂ ਆਪਾਂ ਉਤਾਰਨੇ ਹਨ? ਜਦੋਂ ਗੁਰੂ ਕਿਸੇ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਨਾਮ ਦ੍ਰਿੜ ਕਰਵਾਉਂਦਾ ਹੈ, ਕੋਈ ਗੁਰਮੁਖ ਨਾਮ ਦਾ ਦ੍ਰਿੜ ਅਭਿਆਸ ਕਰਦਾ ਹੈ, ਨਾਮ ਬਾਣੀ ਦਾ, उस वक्त फिर उस दे पूर्वले जन्मां दा, पूर्वले समय दा करजा लथना शुरू हुंदा है। थोड़े बहुते जप तप दे नाल कोई खेड नहीं बनदी है, थोड़े बहुते सिमरन दे नाल कोई करजा नहीं लथदा है, वो तां व्याज दे विच ही कटिया जांदा है। कई ऐसे लोग हन शाहूकार जां सरकारां वो व्याज नूं भी व्याज लगा देंदे हन, मनुख फिर होर तंग हुंदा है। सतगुरु पातशाह महाराज जी कुछ इस तरह का सिद्धांत साडे सामने रख रहे हैं। मेरा ही हरै रतन नाम हर बसिया। जद किसी दे कोल कोई कीमती वस्तु आ जावे, बहुत सारा धन आ जावे, कोई जायदाद आ जावे, कोई रतन आ जावे, उसनूं पुछया जावे भी तू इस पैसे दा, इस धन दा की करेगा, अगला उसे वक्त आखदा है भी सब तो पहला तो मैं अपना करजा उतारांगा, बाद दे विच मैं अपना सोहना जिहा घर बनावांगा, एक गड्डी रखांगा, मैं अपनियां सुख सहूलतां नूं वधावांगा, पर उसका पहला वचन यही है भी मैं अपना करजा उतारांगा। साध संगत जी इसे प्रकार जद किसी दे अंदर परमात्मा दा रतन रूप नाम वस जांदा है, सब तो पहला उसका करजा उतरदा है। जिहड़े पूर्वले पाप हन वो कट्टे जांदे हन। धन सोढी सुल्तान श्री गुरु रामदास महाराज जी दे इतिहास दे विच भी बचन आउंदे हन। गुरसिखां ने बेनती कीती सी कि महाराज सच्चे पातशाह सानू बाणी पढ़न दी जुगत समझाओ। महाराज समझाउंदे हन गुरु रामदास सोढी सुल्तान पातशाह भाई साहब भाई संतोख सिंह जी ने जो गुर इतिहास दे करता हन, इतिहास दे विच अंकित कीते हन। कहते जिस तरह बाकी दे आपां कार विहार नेम दे नाल करदे हाँ, इसे तरह नाम बाणी दा अभ्यास भी नेम दे नाल करना चाहिदा है। इहदा भी नेम बनाउणा चाहिदा है। जिम निस दिन घर काज सुधारे, त्यागे कबहू न लागे प्यारे, तथा प्रेम धरो गुरबाणी, पढ़ो सुनो प्रीत रुच ठानी। क्या गुर कहें करें हम कहाँ, सने सने मन मोरो महा।
ਸਤਿਗੁਰੂ ਜੀ ਕੀ ਸਿੱਖਿਆ ਦੇ ਰਹੇ ਹਨ, ਸਾਡੇ ਕਿਸ ਤਰ੍ਹਾਂ ਦੇ ਕਰਮ ਹਨ। ਮਹਾਰਾਜ ਕਹਿੰਦੇ ਸਹਿਜੇ ਸਹਿਜੇ ਬੁਰੇ ਕਰਮਾਂ ਨੂੰ ਘਟਾਉਣਾ ਚਾਹੀਦਾ ਹੈ, ਫਿਰ ਸਹਿਜੇ ਸਹਿਜੇ ਬੁਰੇ ਕਰਮਾਂ ਨੂੰ ਮਿਟਾਉਣਾ ਚਾਹੀਦਾ ਹੈ ਗੁਰੂ ਦੀ ਮਿਹਰ ਦੇ ਨਾਲ। ਭਗਤਾਂ ਨੇ ਵੀ ਇਹੀ ਬਚਨ ਆਖੇ ਹਨ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵਹੀ ਸਾਈਂ ਦਾ ਦਰਬਾਰ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਹਨ ਕਿ ਜਦ ਗੁਰੂ ਮਿਹਰ ਕਰਦਾ ਹੈ, ਸੀਸ ਤੇ ਰਹਿਮਤ ਭਰਿਆ ਹੱਥ ਰੱਖਦਾ ਹੈ, ਉਸ ਵਕਤ ਜਿੱਥੇ ਵਿਆਜ ਲੱਥ ਜਾਂਦਾ ਹੈ ਉੱਥੇ ਮੂਲ ਵੀ ਲੱਥ ਜਾਂਦਾ ਹੈ। ਭਾਵ ਇਹ ਕਿ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਦਾ ਜੀਵਨ ਸੰਕੋਚਵਾਂ ਜੀਵਨ ਹੋ ਜਾਂਦਾ ਹੈ, ਬੁਰੇ ਕਰਮਾਂ ਤੋਂ ਤੌਬਾ ਕਰ ਦਿੰਦਾ ਹੈ, ਉੱਥੇ ਜਿਹੜੇ ਮਨੁੱਖ ਦੇ ਜਨਮ ਜਨਮਾਤਰਾਂ ਦੇ ਅੰਦਰ ਬੁਰੇ ਸੰਸਕਾਰ ਪਏ ਹੋਏ ਹਨ ਉਹ ਵੀ ਕੱਟੇ ਜਾਂਦੇ ਹਨ, ਉਹ ਵੀ ਖਤਮ ਹੋ ਜਾਂਦੇ ਹਨ। ਭਾਵ ਜੇ ਮੂਲ ਹੀ ਨਹੀਂ ਰਿਹਾ ਫਿਰ ਵਿਆਜ ਕਿੱਥੋਂ ਰਹਿਣਾ ਹੈ, ਜੇ ਜੜ ਹੀ ਨਹੀਂ ਰਹੀ ਫਿਰ ਟਾਹਣੀਆਂ ਪੱਤੇ ਕਿੱਥੋਂ ਰਹਿਣੇ ਹਨ। ਜੇ ਗੁਰੂ ਮਿਹਰ ਕਰਕੇ ਪੂਰਬਲੇ ਸੰਸਕਾਰ ਮਨ ਦੇ ਵਿੱਚੋਂ ਮਿਟਾ ਦੇਵੇ, ਫਿਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਨੁੱਖ ਜਿਹੜਾ ਹੈ ਨਾ ਉਹ ਬੁਰੇ ਕਰਮਾਂ ਨੂੰ ਤਿਆਗ ਦਿੰਦਾ ਹੈ, ਫਿਰ ਪੂਰਬਲੇ ਸੰਸਕਾਰਾਂ ਤੋਂ ਪ੍ਰੇਰਿਤ ਹੋ ਕੇ ਨਵੇਂ ਮਾੜੇ ਕਰਮ ਨਹੀਂ ਕਰਦਾ ਹੈ। ਇਸ ਤਰ੍ਹਾਂ ਦੀ ਗਹਿਰੀ ਵਿਚਾਰ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਾਡੇ ਸਾਹਮਣੇ ਰੱਖ ਰਹੇ ਹਨ। ਜਿਵੇਂ ਜਿਵੇਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਜੈਤ ਸ੍ਰੀ ਰਾਗ ਦੇ ਵਿੱਚ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਘਰ ਪਹਿਲਾ ਚੌਪਦੇ। ਪਹਿਲੇ ਘਰ ਦੇ ਵਿੱਚ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਕਰਦੇ ਹਨ ਸ਼ਬਦ ਨੂੰ, ਅਤੇ ਚੌਪਦੇ 4 ਪਦਿਆਂ ਵਾਲਾ 4 ਚਰਨਾਂ ਵਾਲਾ ਇਹ ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੂਲ ਮੰਗਲ ਕਰਦੇ ਹਨ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ ਕਿ ਸਤਿਗੁਰੂ ਦੀ ਮਿਹਰ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਮੇਰਾ ਹੀਅਰੈ ਰਤਨ ਨਾਮ ਹਰ ਬਸਿਆ। ਸਤਿਗੁਰੂ ਜੀ ਫਰਮਾ ਰਹੇ ਹਨ ਜਗਿਆਸੂ ਰੂਪ ਹੋ ਕੇ ਕਿ ਮੇਰੇ ਹਿਰਦੇ ਦੇ ਵਿੱਚ ਉਹ ਰਤਨ ਰੂਪ ਕੀਮਤੀ ਪ੍ਰਮਾਤਮਾ ਦਾ ਨਾਮ ਜੋ ਹੈ ਉਹ ਵਸ ਗਿਆ ਹੈ। ਭਾਵ ਸਤਿਗੁਰੂ ਜੀ ਤਾਂ ਪਰਮੇਸ਼ਰ ਦਾ ਰੂਪ ਹਨ, ਇੱਕ ਸਿੱਖਿਆ ਦੇ ਰਹੇ ਹਨ, ਇੱਕ ਸਮਝਾ ਰਹੇ ਹਨ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਕੇਵਲ ਕਹਿੰਦੇ ਰਸਨਾ ਦੇ ਉੱਪਰ ਹੀ ਨਹੀਂ ਰਿਹਾ ਹੈ, ਹੁਣ ਹਿਰਦੇ ਦੇ ਵਿੱਚ ਵਸ ਗਿਆ ਹੈ। ਆਪਾਂ ਪੜ੍ਹਦੇ ਆ ਨਾ ਬਚਨ, ਕਈ ਵਾਰੀ ਜਿਹੜਾ ਅਭਿਆਸ ਹੈ ਉਹ ਬਾਰ-ਬਾਰ ਹੀ ਰਹਿ ਜਾਂਦਾ ਹੈ, ਅੰਦਰ ਵਸਦਾ ਕੋਈ ਨਹੀਂ। ਮਹਾਰਾਜ ਕਹਿੰਦੇ ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ। ਕਹਿੰਦੇ ਅਜੇ ਹਿਰਦੇ ਦੇ ਵਿੱਚ ਨਹੀਂ ਵਸਿਆ, ਹਿਰਦੇ ਦੇ ਵਿੱਚ ਤਾਂ ਉਸੇ ਤਰ੍ਹਾਂ ਗੰਢਾਂ ਵੱਜੀਆਂ ਹੋਈਆਂ ਹਨ, ਕਪਟ ਹੈ।
ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਜਿੱਥੇ ਮੁਖ ਦੇ ਵਿੱਚ ਹੈ ਉੱਥੇ ਮਨ ਦੇ ਵਿੱਚ ਵੀ ਵਸ ਗਿਆ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਹਾਰਾਜ ਕਹਿੰਦੇ ਬੜਾ ਕੀਮਤੀ ਰਤਨ ਰੂਪ ਪਰਮਾਤਮਾ ਦਾ ਜੋ ਨਾਮ ਹੈ ਉਸ ਦਾ ਹਿਰਦੇ ਦੇ ਵਿੱਚ ਵਾਸਾ ਹੋ ਗਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਪਰ ਕਿਵੇਂ ਹੋਇਆ? ਕਹਿੰਦੇ ਗੁਰੂ ਨੇ ਮੇਰੇ ਮੱਥੇ ਦੇ ਉੱਪਰ, ਮੇਰੇ ਸੀਸ ਦੇ ਉੱਪਰ ਆਪਣਾ ਰਹਿਮਤ ਭਰਿਆ ਹੱਥ ਰੱਖ ਦਿੱਤਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਜਿਹੜੇ ਜਨਮ ਜਨਮਾਤਰਾਂ ਦੇ ਪਾਪ ਸਨ, ਜਿਨ੍ਹਾਂ ਪਾਪਾਂ ਦੇ ਨਾਲ ਮਨੁੱਖ ਦਾ ਮਨ ਕਾਲਾ ਹੋਇਆ ਹੁੰਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਖੰਦਲੀ ਧੋਤੀ ਉਜਲੀ ਨ ਹੋਵਈ, ਜੇ 100 ਧੋਵਣ ਪਾਹੋ। ਕਹਿੰਦੇ ਜਿਵੇਂ ਤੇਲੀ ਦੀ ਕੋਲੂ ਵਾਲੀ ਲੀਰ ਨੂੰ ਜਿੰਨਾ ਮਰਜ਼ੀ ਭਾਵੇਂ 100 ਵਾਰੀ ਧੋ ਦਿਓ ਉਹਦੇ ਵਿੱਚੋਂ ਮੈਲ ਨਹੀਂ ਨਿਕਲਦੀ ਹੈ, ਇਸ ਤਰ੍ਹਾਂ ਕਹਿੰਦੇ ਮਾੜੇ ਮੋਟੇ ਯਤਨਾਂ ਦੇ ਨਾਲ, ਸਾਧਨਾਂ ਦੇ ਨਾਲ ਮਨੁੱਖ ਦਾ ਮਨ ਨਿਰਮਲ ਨਹੀਂ ਹੁੰਦਾ ਹੈ। ਮਨ ਦੇ ਵਿੱਚ ਬੁਰਾਈਆਂ, ਮਨ ਦੇ ਵਿੱਚ ਵਿਕਾਰ, ਮਨ ਦੇ ਵਿੱਚ ਪਾਪ ਵਸੇ ਰਹਿੰਦੇ ਹਨ। ਪਰ ਕਹਿੰਦੇ ਜਦ ਸਤਿਗੁਰੂ ਮਿਹਰਾਂ ਕਰਦਾ ਹੈ, ਸੀਸ ਦੇ ਉੱਪਰ ਹੱਥ ਰੱਖਦਾ ਹੈ, ਫਿਰ ਸਾਰੇ ਪਾਪ ਧੋਤੇ ਜਾਂਦੇ ਹਨ। ਇਹ ਜਿਹੜੇ ਬੱਜਰ ਪਾਪ ਸਨ ਕਹਿੰਦੇ ਕੱਟੇ ਗਏ। ਫਿਰ ਕਹਿੰਦੇ ਪਾਪਾਂ ਤੋਂ ਪੈਦਾ ਹੋਣ ਵਾਲੇ ਜਿਹੜੇ ਦੁੱਖ ਸਨ ਉਹ ਵੀ ਮਿਟ ਗਏ, ਉਤਰ ਗਏ ਹਨ। ਇਸ ਤਰ੍ਹਾਂ ਕਹਿੰਦੇ ਜਨਮ ਜਨਮਾਤਰਾਂ ਦਾ ਜਿਹੜਾ ਪਾਪਾਂ ਰੂਪ ਕਰਜ਼ਾ ਹੈ, ਰਿਣ ਹੈ, ਉਹ ਲੱਥ ਜਾਂਦਾ ਹੈ। ਗੁਰ ਨਾਮ ਦਿਓ ਰਿਨ ਲਾਥਾ। ਗੁਰੂ ਨੇ ਐਸਾ ਕੀਮਤੀ ਰਤਨ ਰੂਪ ਨਾਮ ਦੇ ਦਿੱਤਾ, ਕਹਿੰਦੇ ਜਿਸ ਦੇ ਨਾਲ ਇਹ ਜਨਮ ਜਨਮਾਤਰਾਂ ਦਾ ਜਿਹੜਾ ਪਾਪਾਂ ਦਾ ਕਰਜ਼ਾ ਸੀ, ਰਿਣ ਸੀ, ਇਹ ਲੱਥ ਗਿਆ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਮਹਾਰਾਜ ਜੀ ਜਿਗਿਆਸੂ ਰੂਪ ਹੋ ਕੇ ਸਮਝਾਉਂਦੇ ਹਨ ਕਿ ਹੇ ਮੇਰੇ ਮਨ, ਉਹ ਜੋ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਜਪਣਾ ਕਰ, ਉਸ ਦਾ ਭਜਨ ਕਰ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ। ਧਰੂ ਨੇ ਪੁੱਛਿਆ ਨਾ ਆਪਣੀ ਮਾਤਾ ਨੂੰ ਕਿ ਮੈਂ ਕੀ ਯਤਨ ਕਰਾਂ, ਕੀ ਸਾਧਨ ਕਰਾਂ, ਮੇਰਾ ਖੁੱਸਿਆ ਹੋਇਆ ਰਾਜ ਮੈਨੂੰ ਮਿਲ ਜਾਵੇ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਸ਼ਤਰੂਆਂ ਦੀ ਦ੍ਰਿਸ਼ਟੀ ਬਦਲ ਜਾਵੇ, ਮੇਰੇ ਸੱਜਣ ਬਣ ਜਾਣ। ਕਹਿੰਦੇ ਸਿਆਣੀ ਮਾਂ ਨੇ ਆਖਿਆ, ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਤ ਪੁਨੀਤਾ। ਬੇਟਾ ਪਰਮੇਸ਼ਰ ਦਾ ਨਾਮ ਜਪ, ਦੁਸ਼ਮਣਾਂ ਦੀ ਵੀ ਦ੍ਰਿਸ਼ਟੀ ਬਦਲ ਜਾਂਦੀ ਹੈ, ਉਹ ਵੀ ਸੱਜਣ ਬਣ ਜਾਂਦੇ ਹਨ। ਜੇ ਬੰਦਾ ਨਾਮ ਦੇ ਨਾਲੋਂ ਟੁੱਟ ਜਾਵੇ, ਸੱਜਣ ਵੀ ਦੁਸ਼ਮਣ ਬਣ ਜਾਂਦੇ ਹਨ। ਕਹਿੰਦੇ ਉਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਸ ਦਾ ਹੇ ਮੇਰੇ ਮਨ ਭਜਨ ਕਰ, ਸਿਮਰਨ ਕਰ, ਉਸ ਦਾ ਅਭਿਆਸ ਕਰ। ਉਹ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੇ ਭਈ ਸਿਮਰ ਸਿਮਰ ਵਿਧਾਤਾ। ਤੇਰੀਆਂ ਸਾਰੀਆਂ ਸ਼ੁਭ ਇਛਾਵਾਂ ਪੂਰੀਆਂ ਹੋ ਜਾਣਗੀਆਂ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾਇਆ, ਪੱਕਾ ਕਰਵਾਇਆ, ਜੀਵਨ ਧਨ ਹੋ ਗਿਆ, ਜੀਵਨ ਮਹਾਨ ਹੋ ਗਿਆ।
ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਕਹਿੰਦੇ ਜੀ ਤਾਂ ਉਹ ਵੀ ਰਹੇ ਹਨ, ਪਰ ਕਿਵੇਂ ਜੀ ਰਹੇ ਹਨ? ਗੁਰਮੰਤਰਹੀਨ ਸਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨੈ, ਕੂਕਰੈ ਸੂਕਰੈ, ਗਰਦਬੈ ਕਾਕੈ, ਸਰਪਨੈ ਤੁਲ ਖਲੈ। ਇਸ ਤਰ੍ਹਾਂ ਕਹਿੰਦੇ ਜੀਵਿਆ ਜਾ ਸਕਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਮਰਨੰ ਬਿਸਰਨੰ ਗੋਬਿੰਦੈ ਜੀਵਨੰ, ਹਰ ਨਾਮ ਧਿਆਵਣੈ। ਕਹਿੰਦੇ ਨਾਮ ਤੋਂ ਬਗੈਰ ਕੋਈ ਜੀਵਣਾ ਨਹੀਂ ਹੈ, ਉਹ ਬੜੀ ਬੁਰੀ ਆਤਮਿਕ ਮੌਤ ਹੈ। ਮਹਾਰਾਜ ਸਮਝਾ ਰਹੇ ਹਨ, ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾਇਆ, ਜਿਨ੍ਹਾਂ ਨੂੰ ਉਹਨਾਂ ਦਾ ਜੀਵਨ ਧਨ ਹੋ ਗਿਆ। ਪਰ ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰੂ ਦੇ ਪਾਸੋਂ ਗੁਰਮੰਤਰ ਦੀ ਪ੍ਰਾਪਤੀ ਨਹੀਂ ਕੀਤੀ, ਪੰਜਾਂ ਪਿਆਰਿਆਂ ਦੇ ਕੋਲੋਂ ਨਾਮ ਦੀ ਦਾਤ ਨਹੀਂ ਲਈ, ਅੰਮ੍ਰਿਤ ਦੀ ਦਾਤ ਨਹੀਂ ਲਈ, ਮਹਾਰਾਜ ਕਹਿੰਦੇ ਬਿਨ ਨਾਵੈ ਜੀਵਨ ਬਿਰਥਾ, ਉਹਨਾਂ ਦਾ ਜੀਵਨ ਕਹਿੰਦੇ ਵਿਅਰਥ ਚਲਿਆ ਜਾਂਦਾ ਹੈ, ਸਫਲਾ ਨਹੀਂ ਹੁੰਦਾ ਹੈ। ਉਹਨਾਂ ਦੀ ਜੀਵਨ ਯਾਤਰਾ ਸਫਲ ਨਹੀਂ ਹੁੰਦੀ ਹੈ, ਫਲ ਨਹੀਂ ਲੱਗਦਾ ਹੈ, ਨਿਰਾਰਥਕ ਹੀ ਜੀਵਨ ਬਤੀਤ ਹੋ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਬਿਨਾਂ ਗੁਰੂ ਦੀ ਪ੍ਰਾਪਤੀ ਤੋਂ, ਗੁਰੂ ਧਾਰਨ ਤੋਂ ਕਹਿੰਦੇ ਜੋ ਮਨਮੁਖ ਜੀਵ ਹਨ, ਮੂਰਖਤਾਈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਮੋਹ ਮਾਇਆ ਦੇ ਵਿੱਚ ਹੀ ਕਹਿੰਦੇ ਉਹ ਲਿਪਾਏ ਮਾਨ ਰਹਿੰਦੇ ਹਨ, ਫਸੇ ਰਹਿੰਦੇ ਹਨ। ਤਿਨ ਸਾਧੂ ਚਾਰਣ ਨ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਨਾ ਹੀ ਕਹਿੰਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਸੇਵਾ ਕੀਤੀ, ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕੀਤੀ। ਕਿਉਂਕਿ ਕਹਿੰਦੇ ਜੇ ਬੰਦਾ ਆਪ ਨਹੀਂ ਨਾ ਜਪਦਾ, ਜਪਣ ਵਾਲਿਆਂ ਦੀ ਅਦਬ ਕਰਨਾ ਆ ਜਾਵੇ ਨਾ। ਜੇ ਉਹਨਾਂ ਕੋ ਜੀਓ ਕਹਿਤ ਹੈ, ਜਮ ਕੀ ਤਲਬ ਨਾ ਹੋਈ, ਉਹ ਵੀ ਜਮਾਂ ਦੇ ਵਸ ਨਹੀਂ ਪੈਂਦਾ ਹੈ। ਬੜੀਆਂ ਵੱਡੀਆਂ ਬਰਕਤਾਂ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ। ਕਲਗੀਧਰ ਪਾਤਸ਼ਾਹ ਆਖਦੇ ਹਨ ਕਿ ਭਾਈ ਨੰਦ ਲਾਲ ਜੀ ਮੰਗੋ ਕੁਝ, ਉਹ ਕਹਿੰਦੇ ਸਭ ਕੁਝ ਮਾਂਗ ਲਿਆ ਖੁਦਾ ਕੋ ਮਾਂਗ ਕਰ, ਉੱਠਤੇ ਨਹੀਂ ਹੈ ਮੇਰੇ ਹਾਥ ਇਸ ਦੁਆ ਕੇ ਬਾਅਦ। ਪਰ ਮਹਾਰਾਜ ਕਹਿੰਦੇ ਅਸੀਂ ਦੇਣਾ ਚਾਹੁੰਦੇ ਹਾਂ, ਜ਼ਰੂਰ ਮੰਗੋ। ਭਾਈ ਨੰਦ ਲਾਲ ਜੀ ਮੰਗਦੇ ਹਨ, ਖਾਕ ਕਦਮਸ ਰੋਸ਼ਨੀਏ ਦਿਲੇ ਕਰਦ। ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਨਾ, ਉਹਨਾਂ ਕਦਮਾਂ ਦੀ ਖਾਕ ਮੈਨੂੰ ਦੇ ਦਿਓ, ਜਿਹੜੇ ਕਦਮਾਂ ਦੇ ਨਾਲ ਚੱਲ ਕੇ ਤੁਹਾਡੇ ਦਰ ਦੇ ਉੱਪਰ ਪਹੁੰਚਦੇ ਹਨ। ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਨੂੰ ਆਉਂਦੀਆਂ ਹਨ, ਉਹਨਾਂ ਦੇ ਕਦਮਾਂ ਦੀ ਮੈਨੂੰ ਖਾਕ ਦੇ ਦਿਓ। ਕਿੱਡੀ ਵੱਡੀ ਗੱਲ ਹੈ। ਭਾਈ ਗੁਰਦਾਸ ਸਾਹਿਬ ਜੀ ਵੀ ਕੁਝ ਇਹੋ ਹੀ ਬਿਆਨ ਕਰਦੇ ਹਨ। ਨਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਨ ਕੇ ਚਰਨ ਪਰ ਵਾਰੀਐ। ਅਗਨ ਜਰਾਏ ਫੁਨ ਪੀਸਨ ਪਿਸਾਏ, ਤਾਹੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ। ਜਤ ਕਤ ਸਿੱਖ ਪਗ ਧਾਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਇਆਲ ਮੋਹਿ ਪਤਤ ਉਧਾਰੀਐ। ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀ ਗਤ ਪਾਹੇ। ਕਹਿੰਦੇ ਜੇ ਕਿਧਰੇ ਕਮਾਈ ਵਾਲਿਆਂ ਦੀ, ਸਿਮਰਨ ਵਾਲਿਆਂ ਦੀ, ਸੇਵਾ ਵਾਲਿਆਂ ਦੀ ਚਰਨ ਧੂੜ ਮਿਲ ਜਾਵੇ, ਸਾਡਾ ਪਾਪੀਆਂ ਦਾ ਵੀ ਉਧਾਰ ਹੋ ਜਾਵੇ। ਕਹਿੰਦੇ ਜਿਹੜੇ ਸਤਿਪੁਰਸ਼ਾਂ ਦੀ ਕਦਮਾਂ ਦੀ ਖਾਕ ਹੈ, ਮੇਰੇ ਹਨੇਰੇ ਦਿਲ ਦੇ ਵਿੱਚ ਚਾਨਣਾ ਕਰਨ ਵਾਲੀ ਹੈ, ਪ੍ਰਕਾਸ਼ ਕਰਨ ਵਾਲੀ ਹੈ।
ਮਹਾਰਾਜ ਸਮਝਾਉਂਦੇ ਹਨ, ਅੰਧਕਾਰ ਸੁਖ ਕਬੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਕੋਈ ਆਖੇ ਮੇਰੇ ਕੋਲ ਬੜਾ ਧਨ ਹੈ, ਮੇਰੇ ਕੋਲ ਬੜੀ ਪ੍ਰਭਤਾ ਹੈ, ਮੈਂ ਸੁੱਖ ਦੇ ਨਾਲ ਜੀਵਨ ਬਤੀਤ ਕਰਦਾ ਹਾਂ, ਸਕਦਾ ਹਾਂ। ਮਹਾਰਾਜ ਕਹਿੰਦੇ ਰੋਂਦਾ ਧੋਂਦਾ ਰਹੇਗਾ ਸਾਰਾ ਜੀਵਨ, ਸੁਖੀ ਨਹੀਂ ਵਸੇਗਾ। ਹਨੇਰੇ ਦੇ ਵਿੱਚ ਕਿਹਨੂੰ ਸੁੱਖ ਮਿਲਦਾ ਹੈ? ਹਨੇਰੇ ਦੇ ਵਿੱਚ ਦੁਖੜੇ ਹੀ ਦੁਖੜੇ ਹੁੰਦੇ ਹਨ। ਕਹਿੰਦੇ ਉਹਨਾਂ ਗੁਰਮੁਖਾਂ ਦੇ ਕਦਮਾਂ ਦੀ ਖਾਕ ਮੈਨੂੰ ਦੇ ਦਿਓ, ਖਾਕ ਕਦਮਸ ਰੌਸ਼ਨੀਏ ਦਿਲੇ ਕਰਦ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਮੇਰੇ ਹਨੇਰੇ ਦਿਲ ਦੇ ਵਿੱਚ ਰੌਸ਼ਨੀ ਕਰ ਦੇਵੇ, ਮੈਨੂੰ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਦੇ ਦਿਓ। ਮਹਾਰਾਜ ਸਮਝਾ ਰਹੇ ਹਨ, ਕਹਿੰਦੇ ਐਸੇ ਜਿਹੜੇ ਹਨ, ਦੁਬਾਰਾ ਤਿਨ ਸਾਧੂ ਚਾਰਣ ਨ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਉਹਨਾਂ ਨੇ ਕਹਿੰਦੇ ਕਦੇ ਸਾਧੂਆਂ ਦਾ ਅਦਬ ਨਹੀਂ ਕੀਤਾ, ਕਦੇ ਸਨਮਾਨ ਨਹੀਂ ਕੀਤਾ, ਕਦੇ ਉਹਨਾਂ ਦੇ ਅੱਗੇ ਨਿਮਰਤਾ ਪੂਰਵਕ ਪੇਸ਼ ਨਹੀਂ ਆਏ, ਕਦੇ ਉਹਨਾਂ ਦੀ ਚਰਨ ਧੂੜ ਪ੍ਰਾਪਤ ਨਹੀਂ ਕੀਤੀ। ਇਸ ਤਰ੍ਹਾਂ ਕਰਨ ਦੇ ਨਾਲ ਆਪ ਤਾਂ ਜਪਿਆ ਨਹੀਂ, ਨਾ ਹੀ ਜਪਣ ਵਾਲਿਆਂ ਦਾ ਅਦਬ ਕੀਤਾ। ਕਹਿੰਦੇ ਇਸ ਤਰ੍ਹਾਂ ਫਿਰ ਜੀਵਨ ਜਿਹੜਾ ਹੈ ਉਹ ਵਿਅਰਥ ਹੀ ਬਤੀਤ ਹੋ ਜਾਂਦਾ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਪਰ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ, ਉਹਨਾਂ ਦੇ ਅੱਗੇ ਨਿਮਰਤਾ ਪੂਰਵਕ ਪੇਸ਼ ਆਏ, ਉਹਨਾਂ ਦੇ ਅੱਗੇ ਆਤਮ ਸਮਰਪਣ ਕੀਤਾ, ਉਹਨਾਂ ਦੀ ਸੇਵਾ ਕੀਤੀ, ਉਹਨਾਂ ਦਾ ਅਦਬ ਕੀਤਾ, ਉਹਨਾਂ ਦਾ ਸਨਮਾਨ ਕੀਤਾ। ਕਹਿੰਦੇ ਉਹਨਾਂ ਗੁਰਮੁਖਾਂ ਦਾ ਵੀ ਜੀਵਨ ਸਫਲਾ ਹੋ ਗਿਆ, ਉਹ ਵੀ ਸਨਾਥ ਮਾਲਕ ਵਾਲੇ ਹੋ ਜਾਂਦੇ ਹਨ। ਮੋਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਸਮਤ ਦੇ ਰਹੇ ਹਨ। ਕਹਿੰਦੇ ਹੇ ਪ੍ਰਭੂ, ਮੇਰੇ ਉੱਪਰ ਤਰਸ ਕਰੋ, ਕਿਰਪਾ ਕਰੋ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਕਿਉਂਕਿ ਜਿਵੇਂ ਪਿਓ ਦੀ ਜਾਇਦਾਦ ਅੱਗੇ ਪੁੱਤਰ ਨੂੰ, ਫਿਰ ਅੱਗੇ ਪੋਤਰੇ ਨੂੰ, ਫਿਰ ਉਹਦੇ ਅੱਗੋਂ ਪੁੱਤਰ ਨੂੰ ਮਿਲ ਜਾਂਦੀ ਹੈ ਨਾ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਸੇਵਕ ਹੁੰਦੇ ਹਨ, ਬਰਕਤਾਂ ਉਹਦੇ ਅੰਦਰ ਆਉਂਦੀਆਂ ਹਨ। ਜਿਹੜੀ ਅੱਗੋਂ ਉਹਦੀ ਸੇਵਾ ਕਰਦੇ ਹਨ, ਬਰਕਤਾਂ ਉਹਦੇ ਅੰਦਰ ਚਲੀਆਂ ਜਾਂਦੀਆਂ ਹਨ। ਜਿਹੜੇ ਅੱਗੋਂ ਉਹਦੀ ਸੇਵਾ ਕਰਦੇ ਹਨ, ਬਰਕਤਾਂ ਫੇਰ ਅੱਗੇ ਚਲੀਆਂ ਜਾਂਦੀਆਂ ਹਨ। ਇਹ ਸ਼ਬਦ ਦੀ ਬਰਕਤ ਹੈ, ਅਸਲੀ ਜਾਇਦਾਦ ਹੈ। ਬੜਾ ਵੱਡਾ ਇਹ ਸਾਧ ਸੰਗਤ ਜੀ ਰਿਸ਼ਤਾ ਹੈ, ਸਤ ਸੰਗਤ ਦਾ ਰਿਸ਼ਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਕਹਿੰਦੇ ਮੈਂ ਬੜੇ ਰਿਸ਼ਤੇ ਵੇਖੇ, ਨਾਨਕਿਆਂ ਦੇ, ਦਾਦਕਿਆਂ ਦੇ, ਸਹੁਰਿਆਂ ਦੇ, ਪਰ ਇਸ ਤਰ੍ਹਾਂ ਦਾ ਰਿਸ਼ਤਾ ਮੈਨੂੰ ਸੁੱਖ ਦੇਣ ਵਾਲਾ ਨਹੀਂ ਲੱਭਾ ਹੈ ਕਿਤੇ, ਜਿਹੜਾ ਸੰਗਤ ਦਾ ਰਿਸ਼ਤਾ ਹੈ, ਜਿਹੜਾ ਗੁਰਮੁਖਾਂ ਦਾ ਰਿਸ਼ਤਾ ਹੈ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁਤ ਬਾਂਧਵਨਾ ਭਰਾਤਾ ਹੈ। ਨਹੀਂ ਨਨਸਾਰ ਨਾਨਾ ਨਾਨੀ ਮਾਮਾ ਮਾਮੀ, ਮਾਸੀਓ ਮੌਸਾ ਵਿਵਧ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਾਰੋ ਅਵਸਾਰੀ, ਨਹੀਂ ਬਿਰਤੀ ਸੁਰ ਮੈਂ ਜਾਚਕ ਨਾ ਦਾਤਾ ਹੈ। ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਬੜੀਆਂ ਵੱਡੀਆਂ ਬਰਕਤਾਂ ਹਨ ਗੁਰੂ ਦੀ ਸੰਗਤ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਕਿਰਪਾ ਕਰੋ, ਰਹਿਮਤ ਕਰੋ, ਜਿਹੜੇ ਤੇਰੇ ਸੇਵਕ ਹਨ, ਜਿਹੜੇ ਅੱਗੋਂ ਉਹਨਾਂ ਦੇ ਸੇਵਕ ਹਨ, ਜਿਹੜੇ ਅੱਗੋਂ ਉਹਨਾਂ ਦੇ ਸੇਵਕ ਹਨ, ਮੈਨੂੰ ਉਹਨਾਂ ਦਾ ਸੇਵਕ ਬਣਾ ਲਓ। ਕਿਉਂਕਿ ਬਰਕਤਾਂ ਅੱਗੇ ਤੋਂ ਅੱਗੇ ਚੱਲਦੀਆਂ ਹਨ, ਕੋਈ ਰੁਕ ਨਹੀਂ ਜਾਂਦੀਆਂ ਹਨ।
ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ, ਐ ਜਗਤ ਦੇ ਮਾਲਕ ਵਾਹਿਗੁਰੂ ਜੀ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲਹਿ ਮਾਰਗ ਪੰਥਾ। ਅਸੀਂ ਵਿਚਾਰ ਰੂਪ ਨੇਤਰਾਂ ਤੋਂ ਹੀਣੇ ਹਾਂ, ਸਖਣੇ ਹਾਂ, ਅੰਧੇ ਹਾਂ, ਕਿਉਂਕਿ ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਇਹ ਸਾਨੂੰ ਦਰਸਾਇਆ ਹੈ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੇ, ਉਹਨਾਂ ਨੂੰ ਅੰਨੇ ਨਾ ਆਖੋ ਜਿਨ੍ਹਾਂ ਦੇ ਮੁਖ ਦੇ ਉੱਪਰ ਨੇਤਰ ਨਹੀਂ ਹਨ। ਅੰਧੇ ਸੇ ਨਾਨਕਾ ਜੇ ਖਸਮੋਂ ਘੁੱਥੇ ਜਾਹੇ, ਉਹ ਅੰਧੇ ਹਨ ਜਿਹੜੇ ਰੱਬ ਦੇ ਰਾਹ ਦੇ ਉੱਪਰ ਨਹੀਂ ਚੱਲਦੇ ਹਨ, ਪਰਮੇਸ਼ਰ ਦੇ ਰਸਤੇ ਦੇ ਉੱਪਰ ਨਹੀਂ ਚੱਲਦੇ ਹਨ। ਮਹਾਰਾਜ ਕਹਿੰਦੇ ਅਸੀਂ ਅੰਧੇ ਹਾਂ ਤੇਰੇ ਰਸਤੇ ਦੇ ਉੱਪਰ, ਤੇਰੇ ਪੰਥ ਦੇ ਉੱਪਰ। ਪੰਥ ਦਾ ਭਾਵ ਹੈ ਰਸਤਾ। ਅਸੀਂ ਗਿਆਨ ਤੋਂ ਹੀਣੇ ਹਾਂ, ਅਗਿਆਨੀ ਹਾਂ। ਅਸੀਂ ਕਿਵੇਂ ਤੇਰੇ ਰਸਤੇ ਦੇ ਉੱਪਰ ਚੱਲ ਸਕਦੇ ਹਾਂ? ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਓ ਓੜ ਨਿਭਾਵੈ। ਕਹਾਂ ਬੁਝਾਰਤ ਬੂਝੇ ਡੋਰਾ, ਨਿਸਕਈਏ ਤੋ ਸਮਝੇ ਭੋਰਾ। ਕਹਾਂ ਬਿਸ਼ਨ ਪਦ ਗਾਵੈ ਗੋਂਗ, ਜਤਨ ਕਰੇ ਤਉ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਰਤਾਰ ਕਰੁਣਾਮੈ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਮਹਾਰਾਜ ਤੁਸੀਂ ਆਪ ਹੀ ਕੋਈ ਸਬੱਬ ਬਣਾਓ, ਢੋ ਢੁਕਾਓ, ਰਹਿਮਤ ਕਰੋ। ਅਸੀਂ ਵਿਚਾਰ ਤੋਂ ਹੀਣੇ ਹਾਂ, ਸਖਣੇ ਹਾਂ, ਤੇਰੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲ ਨਹੀਂ ਸਕਦੇ ਹਾਂ ਜੀ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਸਾਨੂੰ ਵਿਚਾਰ ਤੋਂ ਹੀਣਿਆਂ ਨੂੰ, ਨੇਤਰਾਂ ਤੋਂ ਹੀਣਿਆਂ ਨੂੰ ਆਪਣਾ ਸ਼ਬਦ ਰੂਪੀ ਉਪਦੇਸ਼ ਰੂਪੀ ਪੱਲਾ ਪਕੜਾਓ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਰੂਪੀ ਪੱਲਾ ਸਾਨੂੰ ਪਕੜਾਓ, ਕਿਉਂਕਿ ਅਸੀਂ ਵੀ ਉਹਨਾਂ ਦੇ ਨਾਲ ਚੱਲ ਕੇ ਤੇਰੇ ਦਰ ਘਰ ਦੇ ਵਿੱਚ ਅਸੀਂ ਵੀ ਪਹੁੰਚ ਸਕੀਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੀ ਮਹਿਮਾ ਬਿਆਨ ਕਰਦੇ ਹਨ ਔਰ ਸਤਿਪੁਰਸ਼ਾਂ ਦਾ ਸਨਮਾਨ ਕਰਨ ਦੀ ਗੱਲ ਕਰਦੇ ਹਨ। ਜੋ ਅੱਜ ਦਾ ਲੜੀਵਾਰ ਸ਼ਬਦ ਹੈ, ਆਓ ਸਾਧ ਸੰਗਤ ਜੀ ਉਸ ਦੀ ਵੀ ਆਪਾਂ ਕੁਝ ਅੱਖਰੀ ਅਰਥ ਜੋ ਹਨ ਉਸ ਵਿਚਾਰਧਾਰਾ ਦੇ ਨਾਲ ਜੁੜੀਏ ਜੋ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਹਨ, ਸਿੱਖਿਆ ਦੇ ਰਹੇ ਹਨ। ਬਿਲਾਵਲ ਵਿਦਿਆ ਨਾ ਪਰੋ, ਬਾਦ ਨਹੀਂ ਜਾਨੋ। ਬਿਲਾਵਲ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਇਸ ਤਰ੍ਹਾਂ ਦੀ ਵਿਦਿਆ ਨਹੀਂ ਪੜ੍ਹਨਾ, ਮੈਨੂੰ ਨਹੀਂ ਆਉਂਦੀ ਹੈ ਪੜ੍ਹਨੀ। ਅਤੇ ਕਹਿੰਦੇ ਇਸ ਤਰ੍ਹਾਂ ਦੇ ਨਾਲ ਜਿਹੜੀ ਵਿਦਿਆ ਦੇ ਨਾਲ ਵਾਦ ਵਿਵਾਦ ਕਰੀਦਾ ਹੈ, ਵਿਤੰਡਾਵਾਦ ਕਰੀਦਾ ਹੈ, ਕਿਉਂਕਿ ਵਿਦਿਆ ਦੀ ਕੋਈ ਮਨਾਹੀ ਨਹੀਂ ਕੀਤੀ ਗਈ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮਹਾਰਾਜ ਜੀ ਦੇ ਬਚਨ ਹਨ। ਪਰ ਇਸ ਤਰ੍ਹਾਂ ਦੀ ਵਿਦਿਆ ਨਾ ਪੜ੍ਹਨ ਵਾਸਤੇ ਕਿਹਾ ਹੈ ਜਿਹੜੀ ਵਿਦਿਆ ਦੇ ਨਾਲ ਵਿਤੰਡਾਵਾਦ ਕਰੀਦਾ ਹੈ, ਬਹਿਸ ਮੁਬਾਸਾ ਕਰੀਦਾ ਹੈ। ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਦਰਗਾਹ ਭੰਡਾਰੀਆ ਜੀ ਜਿਨ੍ਹਾਂ ਦਾ ਨਾਮ ਆਇਆ, ਉਹਨਾਂ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਕੁਝ ਗੁਰਸਿੱਖ ਪਹਿਲਾਂ ਤਾਂ ਵਿਚਾਰ ਕਰਦੇ ਹਨ, ਫਿਰ ਲੜਨ ਲੱਗ ਪੈਂਦੇ ਹਨ। ਮਹਾਰਾਜ ਆਖਣ ਲੱਗੇ ਸਿੱਖ ਨੇ ਦੋ ਤਰ੍ਹਾਂ ਦੀ ਵਿਚਾਰ ਕਰਨੀ ਹੈ, ਦੋ ਤਰ੍ਹਾਂ ਦੀ ਨਹੀਂ ਕਰਨੀ ਹੈ। ਪਹਿਲੀ ਹੈ ਸਾਧ ਸੰਗਤ ਜੀ ਵਾਦ, ਇੱਕ ਨੇ ਕਹੀ ਦੂਸਰੇ ਨੇ ਗੱਲ ਮੰਨ ਲਈ, ਕਹਿਣ ਵਾਲੇ ਦੇ ਉੱਪਰ ਭਰੋਸਾ ਕੀਤਾ, ਵਿਸ਼ਵਾਸ ਕੀਤਾ ਔਰ ਕਹਿੰਦੇ ਫਿਰ ਦੋਨਾਂ ਦਾ ਹੀ ਭਲਾ ਹੋ ਜਾਂਦਾ ਹੈ। ਦੂਸਰੀ ਹੈ ਸਾਧ ਸੰਗਤ ਜੀ ਹੇਤ, ਇੱਕ ਨੇ ਗੱਲ ਸਮਝਾਈ, ਦੂਸਰੇ ਨੇ ਆਖਿਆ ਵੀ ਨਹੀਂ ਗੁਰਮੁਖਾ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਵੀ ਹੋ ਸਕਦਾ ਹੈ।
ਦੋਨਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕੀਤਾ, ਦੋਨਾਂ ਦਾ ਹੀ ਭਲਾ ਹੋ ਗਿਆ। ਜਿਵੇਂ ਕਹਿੰਦੇ ਦੋ ਦੀਵੇ ਇੱਕ ਦੂਜੇ ਦੇ ਲਾਗੇ ਰੱਖ ਦਿਓ, ਪਹਿਲਾ ਦੂਸਰੇ ਦਾ ਹਨੇਰਾ ਦੂਰ ਕਰ ਦਿੰਦਾ ਹੈ, ਦੂਸਰਾ ਪਹਿਲੇ ਦਾ ਕਰ ਦਿੰਦਾ ਹੈ। ਜੇ ਬੰਦਾ ਕਿ ਮੈਂ ਹੀ ਗਿਆਨੀ ਹਾਂ, ਕਹਿੰਦੇ ਫਿਰ ਦੀਵੇ ਦੇ ਥੱਲੇ ਹਨੇਰਾ ਰਹਿੰਦਾ ਹੈ। ਸਾਧ ਸੰਗਤ ਜੀ, ਸੁਣਨਾ ਬੜਾ ਔਖਾ ਹੈ, ਸੁਣਾਉਣਾ ਬੜਾ ਸੌਖਾ ਹੈ। ਕਹਿੰਦੇ ਜਿੱਥੇ ਸੁਣਾਉਣਾ ਹੈ ਉੱਥੇ ਸੁਣਨਾ ਵੀ ਹੈ, ਗਿਆਨ ਲੈਣਾ ਹੈ, ਸੰਗਤ ਕਰਨੀ ਹੈ। ਇਸ ਕਰਕੇ ਕਹਿੰਦੇ ਦੂਸਰੀ ਹੈ ਹੇਤ। ਇਹ ਪਹਿਲੇ ਦੋ ਤਰ੍ਹਾਂ ਦੀ ਜਿਹੜੀ ਚਰਚਾ ਹੈ ਨਾ, ਵਿਚਾਰ ਹੈ, ਉਹ ਕਰਨੀ ਹੈ ਸਿੱਖ ਨੇ। ਤੀਸਰੀ ਹੈ ਜਲਪ। ਕਹਿੰਦੇ ਆਪਣੀ ਗੱਲ ਦਾ ਮੰਡਨ ਕਰਨਾ, ਦੂਸਰੇ ਦੀ ਗੱਲ ਦਾ ਖੰਡਨ ਕਰਨਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਹਨ, ਕਹਿਣਾ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਤਾਂ ਪੱਥਰ ਤੇ ਲੀਕ ਹੈ, 100% ਸਹੀ ਹੈ, ਪਰ ਜਿਹੜਾ ਦੂਜਾ ਕਹਿ ਰਿਹਾ ਉਹ 100% ਹੀ ਗਲਤ ਕਹਿ ਰਿਹਾ ਹੈ। ਦੂਜੇ ਦੀ ਗੱਲ ਦਾ ਖੰਡਨ ਹੀ ਕਰੀ ਜਾਣਾ, ਇਸ ਨੂੰ ਜਲਪ ਆਖਿਆ ਹੈ। ਔਰ ਚੌਥੀ ਹੈ ਸਾਧ ਸੰਗਤ ਜੀ ਵਿਤੰਡਾ। ਆਪ ਨੂੰ ਤਾਂ ਕੱਖ ਵੀ ਨਹੀਂ ਪਤਾ, ਆਪਣਾ ਤਾਂ ਕੋਈ ਵੀ ਜੀਵਨ ਨਹੀਂ, ਨਾ ਕੋਈ ਅੰਮ੍ਰਿਤ ਵੇਲਾ, ਨਾ ਕੋਈ ਨਿਤ ਨੇਮ, ਨਾ ਕੋਈ ਸਿਮਰਨ, ਨਾ ਕੋਈ ਸਾਬਤ ਸੂਰਤ। ਵੱਡੇ ਵੱਡੇ ਗਿਆਨੀਆਂ ਨੂੰ ਖੰਡਨ ਕਰੀ ਜਾਣਾ, ਮਹਾਂਪੁਰਸ਼ਾਂ ਦਾ ਖੰਡਨ ਕਰੀ ਜਾਣਾ, ਇਸ ਨੂੰ ਵਿਤੰਡਾਵਾਦ ਆਖਿਆ ਹੈ। ਆਪ ਨ ਦੇਹ ਚੁਰੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਜਿਨ੍ਹਾਂ ਨੇ ਪਰਉਪਕਾਰ ਦੀਆਂ ਗੰਗਾ ਵਹਾ ਦਿੱਤੀਆਂ, ਉਹਨਾਂ ਦੀ ਖੰਡਨ ਕਰਨਾ, ਉਹਨਾਂ ਦੀ ਨਿੰਦਾ ਕਰਨੀ, ਇਹ ਵਿਤੰਡਾਵਾਦ ਹੈ। ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੀ ਖੰਡਨ ਕਰਨ ਦੀ ਕਿਹੜੀ ਗੱਲ ਹੈ, ਬੱਚਾ ਵੀ ਕਿਸੇ ਦੀ ਗੱਲ ਦਾ ਖੰਡਨ ਕਰ ਸਕਦਾ ਹੈ, ਪਰ ਗੱਲ ਨੂੰ ਸਮਝਣਾ, ਇਸ ਵਾਸਤੇ ਬਹੁਤ ਵੱਡੀ ਸਮਝ ਚਾਹੀਦੀ ਹੈ, ਗਿਆਨ ਚਾਹੀਦਾ ਹੈ, ਸੋਝੀ ਚਾਹੀਦੀ ਹੈ। ਮਹਾਰਾਜ ਕਹਿੰਦੇ ਪਹਿਲੀ ਦੋ ਤਰ੍ਹਾਂ ਦੀ ਕਰਨੀ ਹੈ, ਦੂਸਰੀ ਦੋ ਤਰ੍ਹਾਂ ਦੀ ਸਿੱਖ ਨੇ ਚਰਚਾ ਕਦੇ ਨਹੀਂ ਕਰਨੀ। ਖੰਡਨ ਮੰਡਨ ਦੇ ਚੱਕਰ ਵਿੱਚ ਨਹੀਂ ਪੈਣਾ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਖਰ ਪਰਮੇਸ਼ਰ ਨੇ ਸਾਰਿਆਂ ਦੀ ਝੋਲੀ ਦੇ ਵਿੱਚ ਕੋਈ ਮੋਤੀ ਪਾਏ ਹੋਏ ਹੁੰਦੇ ਹਨ, ਐਸੀ ਗੱਲ ਨਹੀਂ ਹੈ। ਕੁਝ ਨਾ ਕੁਝ ਗਿਆਨ ਪ੍ਰਮਾਤਮਾ ਨੇ ਸਭ ਨੂੰ ਦਿੱਤਾ ਹੁੰਦਾ ਹੈ। ਇਸ ਕਰਕੇ ਇਹ ਨਹੀਂ ਸਮਝਣਾ ਵੀ ਮੈਂ ਹੀ ਬਹੁਤ ਵੱਡਾ ਗਿਆਨੀ ਹਾਂ, ਦੂਸਰੇ ਐਵੇਂ ਹੀ ਹਨ। ਕਬੀਰ ਸਾਹਿਬ ਜੀ ਕਹਿੰਦੇ ਮੈਂ ਇਸ ਤਰ੍ਹਾਂ ਦੀ ਵਿਦਿਆ ਨਹੀਂ ਪੜ੍ਹਦਾ, ਮੈਂ ਵਾਦ ਵਿਵਾਦ ਕਰਨਾ ਨਹੀਂ ਜਾਣਦਾ ਹਾਂ। ਹਰ ਗੁਣ ਕਥਤ ਸੁਨਤ ਬਉਰਾਨੋ। ਪਰਮੇਸ਼ਰ ਦੇ ਕਹਿੰਦੇ ਗੁਣ ਮੈਂ ਕਥਨ ਕਰਦਾ ਹਾਂ, ਪਰਮੇਸ਼ਰ ਦੇ ਗੁਣ ਮੈਂ ਸੁਣਦਾ ਹਾਂ। ਇਸ ਕਰਕੇ ਉਸ ਦੇ ਗੁਣ ਕਰਨ ਵਾਸਤੇ ਕਰਕੇ, ਉਸ ਦੇ ਗੁਣ ਸੁਣਨ ਕਰਕੇ ਕਹਿੰਦੇ ਲੋਕ ਮੈਨੂੰ ਬੌਰਾ ਆਖਦੇ ਹਨ, ਮੈਂ ਬੌਰਾਨਾ ਆਖਿਆ ਜਾਂਦਾ ਹਾਂ। ਮੇਰੇ ਬਾਬਾ ਮੈਂ ਬੌਰਾ। ਹੇ ਭਾਈ, ਹੇ ਮੇਰੇ ਬਾਬਾ, ਮੈਂ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਕਰਕੇ ਬੌਰਾ ਹੋ ਗਿਆ ਹਾਂ। ਸਭ ਖਲਕ ਸਿਆਣੀ ਮੈਂ ਬੌਰਾ। ਬਾਕੀ ਸਾਰੀ ਖਲਕਤ ਮੇਰੇ ਨਾਲੋਂ ਬੜੀ ਸਿਆਣੀ ਹੈ, ਬੜੇ ਲੋਕ ਸਿਆਣੇ ਹਨ। ਕਹਿੰਦੇ ਮੈਂ ਹੀ ਕੇਵਲ ਬੌਰਾ ਹਾਂ, ਮੈਂ ਹੀ ਝੱਲਾ ਹਾਂ। ਵਿਦਵਾਨਾਂ ਦੇ ਬੜੇ ਸੁੰਦਰ ਬਚਨ ਹਨ। ਕਹਿੰਦੇ ਜੇ ਭਗਤੀ ਕਰਕੇ ਮਸਤੀ ਆ ਜਾਵੇ ਨਾ, ਫਿਰ ਸਿਆਣਪਾਂ ਨੂੰ ਕੀ ਕਰਨਾ ਹੈ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਬੰਦੇ ਦੀ ਅਕਲ ਨੂੰ ਟਿਕਾਣੇ ਰੱਖਦੀ ਹੈ। ਜਿੰਨਾ ਜਿੰਨਾ ਬੰਦਾ ਸਿਆਣਾ ਹੋਈ ਜਾਂਦਾ ਹੈ, ਤਿਵੇਂ ਤਿਵੇਂ ਮਨੁੱਖ ਦਾ ਮਨ ਖੰਡਨ ਹੋਈ ਜਾਂਦਾ ਹੈ, ਭਟਕਦਾ ਹੈ। ਇਸ ਕਰਕੇ ਕਹਿੰਦੇ ਮੈਂ ਬੌਰਾ ਹਾਂ, ਮੈਂ ਝੱਲਾ ਹਾਂ, ਲੋਕ ਬਹੁਤ ਸਿਆਣੇ ਹਨ। ਮੈਂ ਬਿਗੜਿਓ ਬਿਗੜੈ ਮਤ ਔਰਾ। ਕਹਿੰਦੇ ਲੋਕ ਕਹਿੰਦੇ ਵੀ ਕਬੀਰ ਬੜਾ ਵਿਗੜਿਆ ਹੋਇਆ ਹੈ। ਕਹਿੰਦੇ ਮੈਂ ਤਾਂ ਵਿਗੜਿਆ ਹਾਂ, ਤੁਸੀਂ ਮੇਰੇ ਵੱਲ ਵੇਖ ਕੇ ਨਾ ਵਿਗੜੋ। ਕਿਉਂਕਿ ਕਈ ਵਾਰੀ ਸਤਿਪੁਰਸ਼ਾਂ ਦੀ ਸੰਗਤ ਵੀ ਸਾਰਿਆਂ ਨੂੰ ਰਾਸ ਨਹੀਂ ਆਉਂਦੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਬੰਦੇ ਦਾ ਸੁਭਾਅ ਹੁੰਦਾ ਹੈ ਕਮੀਆਂ ਨਾ ਹੋਣ, ਬਦੋ ਬਦੀ ਅਗਲੇ ਦੇ ਵਿੱਚ ਕਮੀਆਂ ਪਾਉਣ ਦੀ ਕੋਸ਼ਿਸ਼ ਕਰਦਾ ਹੈ।
ਵੱਡੇ ਵੱਡੇ ਮਹਾਤਮਾ ਵਿੱਚੋਂ ਵੀ ਕਮੀਆਂ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਵੀ ਮੈਂ ਤਾਂ ਵਿਗੜਿਆ ਹੋਇਆ ਹਾਂ, ਮੇਰੇ ਵੱਲ ਵੇਖ ਕੇ ਹੋਰ ਤੁਸੀਂ ਨਾ ਵਿਗੜਨਾ ਕਰੋ। ਰਹਾਉ ਵਿਸ਼ਰਾਮ ਦੇ ਕੇ ਸਿੱਖਿਆ ਦਿੰਦੇ ਹਨ। ਆਪ ਨ ਬਉਰਾ RAM ਕੀਓ ਬਉਰਾ। ਕਹਿੰਦੇ ਮੈਂ ਸਵੈਮ ਆਪਣੇ ਆਪ ਨਹੀਂ ਬਉਰਾ ਹੋਇਆ ਹਾਂ, ਮੈਨੂੰ ਪਰਮਾਤਮਾ ਨੇ ਬਉਰਾ ਕਰ ਦਿੱਤਾ ਹੈ। ਸਤਿਗੁਰ ਜਾਰ ਗਇਓ ਭ੍ਰਮ ਮੋਰਾ। ਸਤਿਗੁਰੂ ਨੇ ਮੇਰਾ ਭਰਮ ਜਿਹੜਾ ਹੈ ਉਹ ਸਾੜ ਦਿੱਤਾ ਹੈ। ਮੈਂ ਬਿਗੜੇ ਆਪਣੀ ਮਤ ਖੋਈ। ਮੈਂ ਵਿਗੜੇ ਹੋਏ ਨੇ ਆਪਣੀ ਮਤ ਨੂੰ ਕਹਿੰਦੇ ਦੂਰ ਕਰ ਦਿੱਤਾ ਹੈ। ਕਹਿਣ ਦਾ ਭਾਵ ਜਿਹੜੇ ਸਤਿਪੁਰਸ਼ ਹੁੰਦੇ ਹਨ ਦੁਨੀਆਦਾਰੀ ਸਮਝ ਤੋਂ ਉੱਪਰ ਉੱਠ ਜਾਂਦੇ ਹਨ। ਜਿਹੜਾ ਪਾਗਲ ਹੁੰਦਾ ਹੈ ਉਹ ਦੁਨੀਆਦਾਰੀ ਸਮਝ ਤੋਂ ਨੀਵਾਂ ਚਲਿਆ ਜਾਂਦਾ ਹੈ। ਇਸ ਕਰਕੇ ਲੋਕ ਦੇਖਣ ਦੇ ਵਿੱਚ ਕਈ ਵਾਰੀ ਪਾਗਲ ਨੂੰ ਤਾਂ ਪਾਗਲ ਕਹਿੰਦੇ ਹਨ, ਸੰਤਾਂ ਨੂੰ ਵੀ ਪਾਗਲ ਕਹੀ ਜਾਂਦੇ ਹਨ, ਗੁਰਮੁਖਾਂ ਨੂੰ ਵੀ ਕਹੀ ਜਾਂਦੇ ਹਨ। ਕਹਿੰਦੇ ਮੈਂ ਬੌਰਾ ਹਾਂ, ਬਾਕੀ ਸਭ ਸਿਆਣੇ ਹਨ। ਮੇਰੇ ਭਰਮ ਭੁੱਲੋ ਮਤ ਕੋਈ। ਕਹਿੰਦੇ ਜੇਕਰ ਤੁਹਾਨੂੰ ਨਹੀਂ ਰਾਸ ਆਉਂਦਾ ਮੇਰੇ ਪਿੱਛੇ ਲੱਗ ਕੇ ਮੇਰੇ ਭਰਮ ਦੇ ਵਿੱਚ ਤੁਸੀਂ ਨਾ ਭੁੱਲਣਾ ਕਰੋ, ਮੈਂ ਤਾਂ ਭੁੱਲਿਆ ਹੀ ਹੋਇਆ ਹਾਂ। ਸੋ ਬੌਰਾ ਜੋ ਆਪ ਨਾ ਪਛਾਨੈ। ਵੀਰ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਉਹ ਬੌਰਾ ਹੈ ਜਿਹੜਾ ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦਾ ਹੈ। ਆਪ ਪਛਾਨੈ ਤਾਂ ਏਕੈ ਜਾਣੈ। ਜੇਕਰ ਕੋਈ ਆਪਣੇ ਆਪੇ ਦੀ ਪਹਿਚਾਣ ਕਰ ਲਵੇ ਫਿਰ ਇੱਕ ਨੂੰ ਜਾਣ ਲੈਂਦਾ ਹੈ, ਸਾਰੇ ਪਾਸੇ ਉਸ ਨੂੰ ਇੱਕ ਹੀ ਇੱਕ ਦਿਖਾਈ ਦਿੰਦਾ ਹੈ। ਅਬ ਹੈ ਨਾ ਮਾਤਾ ਸੋ ਕਬਹੁ ਨਾ ਮਾਤਾ। ਕਹਿੰਦੇ ਜਿਹੜਾ ਹੁਣ ਇਸ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਮਾਤਾ ਮਸਤ ਹੋਇਆ ਨਹੀਂ ਹੈ, ਜਿਹਨੂੰ ਹੁਣ ਮਸਤੀ ਨਹੀਂ ਚੜੀ ਹੈ ਮਨੁੱਖਾ ਜੀਵਨ ਪ੍ਰਾਪਤ ਕਰਕੇ ਪ੍ਰਮਾਤਮਾ ਦੀ ਭਗਤੀ ਦੀ ਨਾਮ ਦੀ, ਫਿਰ ਕਹਿੰਦੇ ਜਦੋਂ ਇਹ ਮਨੁੱਖਾ ਜੀਵਨ ਹੱਥ ਦੇ ਵਿੱਚ ਨਾ ਰਿਹਾ ਫਿਰ ਪਸ਼ੂਆਂ ਦੀਆਂ ਟੇਢੀਆਂ ਮੇਢੀਆਂ ਜੂਨੀਆਂ ਦੇ ਵਿੱਚ ਜਾ ਕੇ ਕਿੱਥੋਂ ਮਸਤੀ ਪ੍ਰਾਪਤ ਕਰਨੀ ਹੈ। ਹੁਣ ਹੀ ਮੌਕਾ ਹੈ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਹੁਣ ਵਾਰੀ ਮਿਲੀ ਹੈ। ਕਹਿ ਕਬੀਰ ਰਾਮੈ ਰੰਗ ਰਾਤਾ। ਇਸ ਕਰਕੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਹੁਣ ਜਿਹੜਾ ਰਾਮ ਦੇ ਰੰਗ ਦੇ ਵਿੱਚ ਰੱਤਾ ਹੋਇਆ ਨਹੀਂ ਹੈ, ਜਿਹਨੂੰ ਪ੍ਰੇਮ ਦਾ ਰੰਗ ਚੜ੍ਹਿਆ ਨਹੀਂ ਹੈ, ਫੇਰ ਕਦ ਪ੍ਰੇਮ ਦਾ ਰੰਗ ਚੜ੍ਹੇਗਾ। ਸੋ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਵਿਚਾਰ ਕਰਨੀ ਚਾਹੀਦੀ ਹੈ ਪਰ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ ਹੈ। ਆਪਣੇ ਆਪ ਤੇ ਢੁਕਾ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਚਾਰ ਕਰੀਏ, ਵਿਚਾਰ ਤੋਂ ਬਾਅਦ ਫਿਰ ਪਿਆਰ ਪੈਦਾ ਹੋਵੇ, ਫਿਰ ਬੰਦਾ ਨਿਹਾਲ ਹੋਵੇ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ। ਪਰ ਹੁੰਦਾ ਇਹ ਹੈ ਕਿ ਵਿਚਾਰ ਤੋਂ ਬਾਅਦ ਵਿੱਚ ਫਿਰ ਤਕਰਾਰ ਪੈਦਾ ਹੋ ਜਾਂਦੀ ਹੈ, ਤਕਰਾਰ ਤੋਂ ਬਾਅਦ ਵਿੱਚ ਫਿਰ ਤਲਵਾਰਾਂ ਨਿਕਲ ਆਉਂਦੀਆਂ ਹਨ, ਫਿਰ ਇੱਕ ਦੂਸਰੇ ਨੂੰ ਮਾਰਨ ਮਰਾਉਣ ਤੱਕ ਚਲੇ ਜਾਂਦੇ ਹਨ, ਵੱਡੇ ਵੱਡੇ ਗਿਆਨੀ ਕਹਾਉਣ ਵਾਲੇ। ਇਸ ਕਰਕੇ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਮੈਂ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਬੌਰਾ ਹੋਇਆ ਹਾਂ। ਹੁਣ ਸਮਾਂ ਹੈ ਮਨੁੱਖਾ ਜੀਵਨ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਜੀ ਕਿਰਪਾ ਕਰਨ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਕਬ ਹੈ ਨਾ ਮਾਤਾ ਸੋ ਕਬਹੁ ਨਾ ਮਾਤਾ। ਕਹਿ ਕਬੀਰ ਰਾਮੈ ਰੰਗ ਰਾਤਾ। ਵਾਹਿਗੁਰੂ ਜੀ ਕਾ ਖਾਲਸਾ